ਵੈਲਕਮ ਬੈਕ एवरीवन। ਪਾਰਟ 1 ਦੇ ਵਿੱਚ ਅਸੀਂ ਆਰ ਕੇ ਨਾਰਾਇਣ, ਰਾਜਾ ਰਾਓ ਤੇ ਮੁਲਕ ਰਾਜ ਆਨੰਦ ਕਵਰ ਕੀਤੇ ਸੀ। ਹੁਣ ਅਸੀਂ ਨੈਕਸਟ 3 ਇੰਪੋਰਟੈਂਟ ਰਾਈਟਰਸ ਡਿਸਕਸ ਕਰਾਂਗੇ, ਅਨੀਤਾ ਦੇਸਾਈ, ਖੁਸ਼ਵੰਤ ਸਿੰਘ ਤੇ ਅਰੁੰਧਤੀ ਰॉय। ਇਹ ਤਿੰਨੋਂ ਰਾਈਟਰਸ ਤੋਂ ਪੀਪੀਐਸਸੀ, ਯੂਜੀਸੀ ਨੈਟ ਤੇ ਅਸਿਸਟੈਂਟ ਪ੍ਰੋਫੈਸਰ ਐਗਜ਼ਾਮਸ ਦੇ ਵਿੱਚ ਫੈਕਚੁਅਲ ਕੁਐਸਚਨਸ ਤੇ ਆਥਰ ਵਰਕ ਮੈਚਿੰਗ ਕੁਐਸਚਨਸ ਬਹੁਤ ਫ੍ਰੀਕੁਐਂਟਲੀ ਆਉਂਦੇ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਅਨੀਤਾ ਦੇਸਾਈ ਦੀ। ਅਨੀਤਾ ਦੇਸਾਈ ਮਾਡਰਨ ਇੰਡੀਅਨ ਇੰਗਲਿਸ਼ ਫਿਕਸ਼ਨ ਦੀ ਸਭ ਤੋਂ ਇੰਪੋਰਟੈਂਟ ਵਿਮਨ ਨੋਵਲਿਸਟ ਦੇ ਵਿੱਚੋਂ ਇੱਕ ਹੈ। ਕਾਫੀ ਫੇਮਸ ਨਾਮ ਹੈ। ਜੇ ਆਰ ਕੇ ਨਾਰਾਇਣ ਆਰਡੀਨਰੀ ਲਾਈਫ ਦੇ ਬਾਰੇ ਲਿਖਦੇ ਨੇ ਤੇ ਮੁਲਕ ਰਾਜ ਆਨੰਦ ਸੋਸ਼ਲ ਪ੍ਰੋਬਲਮਸ ਦੇ ਬਾਰੇ ਡਿਸਕਸ ਕਰਦੇ ਹੈ ਤਾਂ ਅਨੀਤਾ ਦੇਸਾਈ ਦਾ ਫੋਕਸ ਹੁੰਦਾ ਹੈ ਹਿਊਮਨ ਮਾਈਂਡ ਦੇ ਉੱਪਰ। ਉਹ ਕਰੈਕਟਰਸ ਦੇ ਇਮੋਸ਼ਨਸ, ਲੋਨਲੀਨੈਸ, ਰਿਲੇਸ਼ਨਸ਼ਿਪਸ, ਫੀਅਰ, ਐਂਜ਼ਾਇਟੀ ਤੇ ਆਈਡੈਂਟੀਟੀ ਕ੍ਰਾਈਸਿਸ ਨੂੰ ਡੀਪਲੀ ਐਕਸਪਲੋਰ ਕਰਦੇ ਨੇ। ਇਸ ਕਰਕੇ ਉਹਨਾਂ ਦੀ ਰਾਈਟਿੰਗ ਨੂੰ ਸਾਈਕੋਲੋਜੀਕਲ ਫਿਕਸ਼ਨ ਵੀ ਕਿਹਾ ਜਾਂਦਾ ਹੈ। ਇੰਪੋਰਟੈਂਟ ਪੁਆਇੰਟ ਹੈ, ਸਾਈਕੋਲੋਜੀਕਲ ਨਾਵਲ ਇਜ਼ ਇਕੁਅਲ ਟੂ ਅਨੀਤਾ ਦੇਸਾਈ। ਅਨੀਤਾ ਦੇਸਾਈ ਜਿੱਥੇ ਵੀ ਹੈ ਸਾਈਕੋਲੋਜੀਕਲ ਨਾਵਲ ਦੇ ਨਾਲ ਜਾਣੀ ਜਾਂਦੇ। ਹੁਣ ਇੰਪੋਰਟੈਂਟ ਨਾਵਲਸ ਆਪਾਂ ਦੇਖ ਲੈਂਦੇ ਹਾਂ। ਕਰਾਈ ਦ ਪਿਕੌਕ, ਇਹ ਉਹਨਾਂ ਦਾ ਫਰਸਟ ਨਾਵਲ ਹੈ ਤੇ ਇਸ ਦੇ ਵਿੱਚ ਮਾਇਆ ਨਾਮ ਦੀ ਹੀਰੋਇਨ ਦੀ ਸਾਈਕੋਲੋਜੀਕਲ ਸਫਰਿੰਗ ਦਿਖਾਈ ਗਈ ਹੈ। ਸੈਕਿੰਡ ਨਾਵਲ ਇਜ਼ ਵੌਇਸਿਸ ਇਨ ਦ ਸਿਟੀ, ਏਲੀਏਨੇਸ਼ਨ ਤੇ ਲੋਨਲੀਨੈਸ ਦਾ ਥੀਮ ਹੈ ਇਸ ਦੇ ਵਿੱਚ। ਕਲੀਅਰ ਲਾਈਟ ਆਫ ਡੇ, ਫੈਮਿਲੀ ਰਿਲੇਸ਼ਨਸ਼ਿਪਸ, ਮੈਮਰੀਜ਼ ਤੇ ਪਾਰਟੀਸ਼ਨ ਦੇ ਇਨਡਾਇਰੈਕਟ ਇਫੈਕਟਸ ਦਿਖਾਏ ਗਏ ਹੈ। ਫਾਇਰ ਔਨ ਦ ਮਾਊਂਟੇਨ, ਇਸ ਨਾਵਲ ਦੇ ਲਈ ਅਨੀਤਾ ਦੇਸਾਈ ਨੂੰ ਸਾਹਿਤਿਆ ਅਕਾਦਮੀ ਅਵਾਰਡ ਵੀ ਮਿਲਿਆ। ਇਨ ਕਸਟਡੀ, ਉਰਦੂ ਪੋਇਟਰੀ ਦੇ ਡਿਕਲਾਈਨ ਤੇ ਇੱਕ ਟਚਿੰਗ ਨਾਵਲ ਹੈ। ਇਸ ਤੇ ਫਿਲਮ ਵੀ ਬਣੀ ਸੀ। ਹੁਣ ਇੱਕ ਬਹੁਤ ਹੀ ਇੰਪੋਰਟੈਂਟ ਐਗਜ਼ਾਮ ਫੈਕਟ, ਅਨੀਤਾ ਦੇਸਾਈ ਬੁਕਰ ਪ੍ਰਾਈਜ਼ ਦੇ ਲਈ 3 ਵਾਰ ਸ਼ਾਰਟਲਿਸਟ ਹੋਈ ਪਰ ਅਵਾਰਡ ਨਹੀਂ ਜਿੱਤ ਸਕੀ। ਇੰਪੋਰਟੈਂਟ ਫੈਕਟ ਹੈ ਇਹ। ਪਰ ਇੰਟਰਸਟਿੰਗ ਗੱਲ ਇਹ ਹੈ ਕਿ ਉਹਨਾਂ ਦੀ ਡਾਟਰ ਕਿਰਨ ਦੇਸਾਈ ਨੇ ਦ ਇਨਹੈਰੀਟੈਂਸ ਆਫ ਲਾਸ ਦੇ ਲਈ ਬੁਕਰ ਪ੍ਰਾਈਜ਼ ਜਿੱਤਿਆ। ਮਦਰ ਡਾਟਰ ਦੋਵੇਂ ਹੀ ਇੰਟਰਨੈਸ਼ਨਲੀ ਅਕਲੇਮਡ ਨੋਵਲਿਸਟ ਰਹੀਆਂ। ਮੈਮਰੀ ਟ੍ਰਿਕ ਇਹੀ ਹੈ। ਸਭ ਤੋਂ ਇੰਪੋਰਟੈਂਟ ਫੈਕਟ, ਮਾਈਂਡ ਐਂਡ ਸਾਈਕੋਲੋਜੀ ਇਜ਼ ਇਕੁਅਲ ਟੂ ਅਨੀਤਾ ਦੇਸਾਈ। ਹੁਣ ਆਪਾਂ ਗੱਲ ਕਰਦੇ ਹਾਂ ਖੁਸ਼ਵੰਤ ਸਿੰਘ ਜੀ ਦੀ। ਖੁਸ਼ਵੰਤ ਸਿੰਘ ਸਿਰਫ ਨੋਵਲਿਸਟ ਹੀ ਨਹੀਂ ਬਲਕਿ ਜਰਨਲਿਸਟ, ਹਿਸਟੋਰੀਅਨ ਤੇ ਕਾਲਮਨਿਸਟ ਵੀ ਰਹੇ। ਉਹ ਦ ਇਲਸਟ੍ਰੇਟਿਡ ਵੀਕਲੀ ਆਫ ਇੰਡੀਆ ਦੇ ਐਡੀਟਰ ਵੀ ਰਹੇ। ਉਹਨਾਂ ਦੀ ਰਾਈਟਿੰਗ ਸਿੰਪਲ, ਬੋਲਡ, ਹਿਊਮਰਸ ਤੇ ਸਟਾਈਕਲ ਹੁੰਦੀ ਸੀ। ਸਭ ਤੋਂ ਇੰਪੋਰਟੈਂਟ ਫੈਕਟ ਹੈ ਜੋ ਉਹਨਾਂ ਦਾ ਨਾਵਲ ਹੈ ਉਹ ਕਿਹੜਾ ਹੈ, ਟ੍ਰੇਨ ਟੂ ਪਾਕਿਸਤਾਨ, ਜੋ ਆਪਾਂ ਬਹੁਤ ਸੁਣਿਆ, ਬਹੁਤ ਜਾਣਿਆ, ਬਹੁਤ ਪੜ੍ਹਿਆ। ਜੇ ਐਗਜ਼ਾਮ ਦੇ ਵਿੱਚ ਪਾਰਟੀਸ਼ਨ ਨਾਵਲ ਪੁੱਛਿਆ ਜਾਵੇ ਸਭ ਤੋਂ ਪਹਿਲਾ ਨਾਮ ਇਹੀ ਯਾਦ ਆਉਣਾ ਚਾਹੀਦਾ ਹੈ, ਟ੍ਰੇਨ ਟੂ ਪਾਕਿਸਤਾਨ। ਨਾਵਲ ਪੰਜਾਬ ਦੇ ਫਿਕਸ਼ਨਲ ਵਿਲੇਜ ਮਨੂ ਮਾਜਰਾ ਦੇ ਵਿੱਚ ਸੈੱਟ ਹੈ। ਇਹ ਪਾਰਟੀਸ਼ਨ ਨੂੰ ਪੋਲੀਟੀਕਲ ਇਵੈਂਟ ਦੇ ਤੌਰ ਤੇ ਨਹੀਂ ਬਲਕਿ ਆਮ ਲੋਕਾਂ ਦੀ ਟ੍ਰੈਜੇਡੀ ਦੇ ਰੂਪ ਦੇ ਵਿੱਚ ਪ੍ਰੈਜ਼ੈਂਟ ਕਰਦਾ ਹੈ ਕਿ ਆਮ ਲੋਕਾਂ ਨੇ ਉਸ ਸਮੇਂ ਕਿੱਦਾਂ ਦੀ ਸਫਰਿੰਗਸ ਦੇਖੀਆਂ। ਇਸ ਨਾਵਲ ਦੇ ਮੇਜਰ ਥੀਮਸ ਕਿਹੜੇ-ਕਿਹੜੇ ਹੈ? ਹਿਊਮੈਨਿਟੀ, ਕਮਿਊਨਲ ਵਾਇਲੈਂਸ, ਲਵ, ਸੈਕਰੀਫਾਈਸ, ਰਿਲੀਜੀਅਸ ਹਾਰਮਨੀ। ਤੇ ਐਗਜ਼ਾਮ ਦੇ ਲਈ ਜੇ ਹੋਰ ਫੈਕਟਸ ਆਪਾਂ ਯਾਦ ਰੱਖਣੇ ਹੈ ਤਾਂ ਸਭ ਤੋਂ ਪਹਿਲਾਂ ਇੰਪੋਰਟੈਂਟ ਜਿਹੜਾ ਫੈਕਟ ਆਉਂਦਾ ਉਹ ਕੀ ਹੈ, ਖੁਸ਼ਵੰਤ ਸਿੰਘ ਜੀ ਨੂੰ ਪਦਮ ਭੂਸ਼ਣ ਵੀ ਮਿਲਿਆ ਸੀ ਤੇ ਬਾਅਦ ਵਿੱਚ ਉਹਨਾਂ ਨੂੰ ਪਦਮ ਵਿਭੂਸ਼ਣ ਨਾਲ ਵੀ ਆਨਰ ਕੀਤਾ ਗਿਆ ਸੀ। ਉਹਨਾਂ ਦੀਆਂ ਹੋਰ ਬੁੱਕਸ ਵਿੱਚ ਡੈਲੀ ਅ ਨਾਵਲ ਵੀ ਬਹੁਤ ਇੰਪੋਰਟੈਂਟ ਹੈ। ਮੇਜਰ ਪੁਆਇੰਟ ਇਸ ਦੇ ਵਿੱਚ ਦਾ ਐਗਜ਼ਾਮ ਪੁਆਇੰਟ ਕੀ ਆਉਂਦਾ ਹੈ, ਕਿਹੜੇ ਆਉਂਦੇ ਹੈ, ਮਨੂ ਮਾਜਰਾ, ਟ੍ਰੇਨ ਟੂ ਪਾਕਿਸਤਾਨ ਤੇ ਖੁਸ਼ਵੰਤ ਸਿੰਘ। ਇਹਨਾਂ ਨੂੰ ਯਾਦ ਰੱਖਣਾ। ਇਹ ਮੈਚਿੰਗ ਕੁਐਸਚਨਸ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਨੈਕਸਟ ਰਾਈਟਰ ਜਿਸ ਦੀ ਆਪਾਂ ਗੱਲ ਕਰਨ ਲੱਗੇ ਹਾਂ ਹੁਣ ਆਪਾਂ ਆਉਂਦੇ ਹਾਂ ਉਹਦੇ ਤੇ, ਦੈਟ ਇਜ਼ ਅਰੁੰਧਤੀ ਰॉय। ਅਰੁੰਧਤੀ ਰॉय ਨੇ ਸਿਰਫ ਇੱਕ ਨਾਵਲ ਦੇ ਨਾਲ ਹੀ ਦੁਨੀਆ ਭਰ ਦੇ ਵਿੱਚ ਆਪਣੀ ਪਹਿਚਾਣ ਬਣਾ ਲਿੱਤੀ ਸੀ, ਧਮਾਕਾ ਕਰ ਦੇਣਾ। ਤੇ ਉਹ ਨਾਵਲ ਹੈ ਦ ਗॉड ਆਫ ਸਮਾਲ ਥਿੰਗਸ। ਇਹ ਨਾਵਲ ਪਬਲਿਸ਼ ਹੁੰਦੇ ਹੀ ਇੰਟਰਨੈਸ਼ਨਲ ਬੈਸਟ ਸੈਲਰ ਬਣ ਗਿਆ। ਇੰਟਰਨੈਸ਼ਨਲ ਲੈਵਲ ਤੇ ਇਸ ਦੀ ਬਹੁਤ ਸੇਲ ਹੋਈ ਔਰ ਸਭ ਤੋਂ ਇੰਪੋਰਟੈਂਟ ਐਗਜ਼ਾਮ ਫੈਕਟ ਸੀਗਾ ਇਹਨਾਂ ਦੇ ਬਾਰੇ ਕਿ 1997 ਦੇ ਵਿੱਚ ਇਹਨਾਂ ਨੂੰ ਬੁਕਰ ਪ੍ਰਾਈਜ਼ ਮਿਲਿਆ। ਅਰੁੰਧਤੀ ਰॉय ਫਿਕਸ਼ਨ ਕੈਟੇਗਰੀ ਵਿੱਚ ਬੁਕਰ ਪ੍ਰਾਈਜ਼ ਜਿੱਤਣ ਵਾਲੀ ਪਹਿਲੀ ਇੰਡੀਅਨ ਵੂਮਨ ਸੀ, ਯਾਦ ਰੱਖਣਾ। ਇਹ ਜਿਹੜਾ ਨਾਵਲ ਹੈ ਕੇਰਲਾ ਦੇ ਆਇਮਮ ਵਿਲੇਜ ਵਿੱਚ ਸੈੱਟ ਹੈ। ਇਹ ਨਾਵਲ ਦੀ ਨਰੇਟਿਵ ਸਟਾਈਲ ਵੀ ਬਹੁਤ ਯੂਨੀਕ ਹੈ। ਸਟੋਰੀ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਬਿਲਕੁਲ ਵੀ ਨਹੀਂ ਚੱਲਦੀ। ਇਸ ਨੂੰ ਨਾਨ ਲੀਨੀਅਰ ਨਰੇਟਿਵ ਵੀ ਕਿਹਾ ਜਾ ਸਕਦਾ ਹੈ। ਨਾਵਲ ਦੇ ਜਿਹੜੇ ਇੰਪੋਰਟੈਂਟ ਥੀਮ ਸੀਗੇ ਉਹ ਕੀ ਹੈ, ਚਾਈਲਡਹੁੱਡ, ਮੈਮਰੀ, ਲਵ, ਫੈਮਿਲੀ ਰਿਲੇਸ਼ਨਸ਼ਿਪਸ, ਕਾਸਟ ਡਿਸਕ੍ਰਿਮੀਨੇਸ਼ਨ, ਸੋਸ਼ਲ ਜਸਟਿਸ ਦੇ ਬਾਰੇ ਗੱਲ ਕੀਤੀ ਗਈ ਹੈ। ਐਗਜ਼ਾਮ ਦੇ ਲਈ ਇੱਕ ਹੋਰ ਫੈਕਟ ਵੀ ਯਾਦ ਰੱਖਣ ਵਾਲਾ ਹੈ ਕਿ ਨਾਵਲ ਦੇ ਟਵਿਨ ਕਰੈਕਟਰਸ ਐਸਥਰ ਤੇ ਰਹਿਲ ਕਈ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਇਹ ਫੈਕਚੁਅਲ ਕੁਐਸਚਨ ਵੀ ਪੁੱਛੇ ਜਾਂਦੇ ਹਨ।
ਨਾਵਲ ਪਬਲਿਸ਼ ਹੋਣ ਤੋਂ ਬਾਅਦ ਅਰੁੰਧਤੀ ਰॉय ਸੋਸ਼ਲ ਐਕਟਿਵਿਸਟ ਦੇ ਰੂਪ ਵਿੱਚ ਵੀ ਬਹੁਤ ਫੇਮਸ ਹੋਈ। ਉਹਨਾਂ ਨੇ ਇਨਵਾਇਰਨਮੈਂਟ, ਡੈਮੋਕ੍ਰੇਸੀ, ਹਿਊਮਨ ਰਾਈਟਸ ਤੇ ਡਿਵੈਲਪਮੈਂਟ ਪ੍ਰੋਜੈਕਟਸ ਬਾਰੇ ਬਹੁਤ ਸਾਰੇ ਐਸੇ ਲਿਖੇ। ਮੈਮਰੀ ਟ੍ਰਿਕ ਕਿਉਂ ਹੈ? ਬੁਕਰ ਪ੍ਰਾਈਜ਼ 1997 ਅਰੁੰਧਤੀ ਰॉय ਐਂਡ ਡਨ। ਹੁਣ ਆਪਾਂ ਕੁਇਕ ਕੰਪੈਰੀਜ਼ਨ ਕਰਦੇ ਹਾਂ ਤਿੰਨਾਂ ਰਾਈਟਰਸ ਨੂੰ 1 ਮਿੰਟ ਦੇ ਵਿੱਚ ਆਪਾਂ ਕੰਪੇਅਰ ਕਰ ਲੈਂਦੇ ਹਾਂ, ਕਿਉਂਕਿ ਕੰਪੈਰੀਜ਼ਨ ਦੇ ਨਾਲ ਹਮੇਸ਼ਾ ਆਪਾਂ ਨੂੰ ਜਿਹੜੇ ਫੈਕਟਸ ਹੈ ਉਹ ਜ਼ਿਆਦਾ ਦੇਰ ਤੱਕ ਯਾਦ ਰਹਿ ਜਾਂਦੇ ਆ। ਸੋ ਅਨੀਤਾ ਦੇਸਾਈ ਦੇ ਕੀਵਰਡਸ ਕੀ ਹੋਣਗੇ? ਸਾਈਕੋਲੋਜੀ। ਮੇਜਰ ਵਰਕ ਕੀ ਹੈ? ਕਰਾਈ ਦਾ ਪਿਕੌਕ। ਅਵਾਰਡ ਕਿਹੜਾ ਮਿਲਿਆ? ਸਾਹਿਤਯ ਅਕੈਡਮੀ। ਤੇ 3 ਟਾਈਮ ਉਹ ਬੁਕਰ ਪ੍ਰਾਈਜ਼ ਸ਼ਾਰਟਲਿਸਟਡ ਰਹੀ, ਮਿਲਿਆ ਨਹੀਂ। ਖੁਸ਼ਵੰਤ ਸਿੰਘ ਦੀ ਅਗਰ ਆਪਾਂ ਗੱਲ ਕਰੀਏ ਤਾਂ ਕੀਵਰਡ ਕੀ ਹੈ? ਪਾਰਟੀਸ਼ਨ। ਸਭ ਤੋਂ ਇੰਪੋਰਟੈਂਟ ਉਹਨਾਂ ਦਾ ਮੇਜਰ ਵਰਕ ਕੀ ਹੈ? ਟ੍ਰੇਨ ਟੂ ਪਾਕਿਸਤਾਨ। ਸੈਟਿੰਗ ਕਿੱਥੇ ਹੈ ਇਸ ਨਾਵਲ ਦੀ, ਇਸ ਟ੍ਰੇਨ ਟੂ ਪਾਕਿਸਤਾਨ ਦੀ? ਦੈਟ ਇਜ਼ ਮਨੂ ਮਾਜਰਾ। ਸਟਾਈਲ ਕੀ ਹੈ? ਹਿਊਮਰ ਸਟਾਈਲ ਤੇ ਰੀਅਲਿਜ਼ਮ। ਅਰੁੰਧਤੀ ਰॉय ਦਾ ਕੀਵਰਡ ਆਪਾਂ ਕੀ ਯਾਦ ਰੱਖਣਾ ਹੈ ਕਿ ਇਹਨਾਂ ਨੂੰ ਬੁਕਰ ਪ੍ਰਾਈਜ਼ ਮਿਲਿਆ ਸੀ। ਮੇਜਰ ਵਰਕ ਕੀ ਹੈ? ਦ ਗॉड ਆਫ ਸਮਾਲ ਥਿੰਗਸ। ਸੈਟਿੰਗ ਉਸ ਨਾਵਲ ਦੀ ਕਿੱਥੇ ਹੈ? ਕੇਰਲਾ ਦੇ ਵਿੱਚ। ਈਅਰ ਕਿਹੜਾ ਸੀ? 1997 ਦੇ ਵਿੱਚ। ਇਸ ਦੀ ਥੋੜੀ ਜਿਹੀ ਹੋਰ ਰਿਵੀਜ਼ਨ ਕਰਦੇ ਹਾਂ ਆਪਾਂ। ਮਾਈਂਡ ਤੇ ਸਾਈਕੋਲੋਜੀ ਅਨੀਤਾ ਦੇਸਾਈ। ਪਾਰਟੀਸ਼ਨ ਖੁਸ਼ਵੰਤ ਸਿੰਘ। ਬੁਕਰ ਪ੍ਰਾਈਜ਼ 1997 ਅਰੁੰਧਤੀ ਰॉय। ਇਹ 3 ਕਨੈਕਸ਼ਨ ਜਿਹੜੇ ਪੱਕੇ ਯਾਦ ਰੱਖੋ, ਐਗਜ਼ਾਮ ਦੇ ਵਿੱਚ ਮੈਚਿੰਗ ਕੁਐਸਚਨ ਵਿੱਚ ਅਟੈਂਪਟ ਕਰਨਾ ਤੁਹਾਨੂੰ ਬਹੁਤ ਜ਼ਿਆਦਾ ਆਸਾਨ ਹੋ ਜਾਏਗਾ। ਪਾਰਟ 3 ਵਿੱਚ ਅਸੀਂ 2 ਲੈਜੈਂਡਰੀ ਰਾਈਟਰਸ ਰਵਿੰਦਰਨਾਥ ਟੈਗੋਰ ਤੇ ਸਰੋਜਨੀ ਨਾਇਡੂ ਡਿਟੇਲ ਵਿੱਚ ਪੜਾਂਗੇ ਤੇ ਨਾਲ ਹੀ ਕੰਪਲੀਟ ਰਿਵੀਜ਼ਨ ਚਾਰਟ, ਮੈਮਰੀ ਟ੍ਰਿਕਸ ਤੇ ਐਕਸਪੈਕਟਡ PPSC MCQs ਵੀ ਡਿਸਕਸ ਕਰਾਂਗੇ। ਸੋ ਮਿਲਦੇ ਹਾਂ ਪਾਰਟ 3 ਦੇ ਵਿੱਚ। ਥੈਂਕ ਯੂ ਫॉर ਵਾਚਿੰਗ ਐਂਡ ਸਟੇ ਕਨੈਕਟਡ।